ਲੜੀਵਾਰ ਗੁਰਬਾਣੀ ਪਾਠ ਸੰਥਿਆ ਦੀ ਵਿਚਾਰ ਪਾਵਨ ਅੰਕ 341 ਤੋਂ 23 ਨੰਬਰ ਪੌੜੀ ਤੋਂ ਜਿਹੜੀ ਆਰੰਭ ਹੈ ਜੀ। ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥਥਾ ਅਥਾ ਥਾ ਨਹੀਂ ਪਾਵਾ, ਓ ਅਥਾ ਏ ਥਿਰ ਨਾ ਰਹਾਵਾ। ਥੋੜੈ ਥਲ ਥਾਨਕ ਆਰੰਭੈ, ਬਿਨਹੀ ਥੰਬ ਹੈ ਮੰਦਿਰ ਥੰਭੈ। ਹੁਣ ਥੱਥੇ ਅੱਖਰ ਦੇ ਰਾਹੀਂ ਬਾਬਾ ਕਬੀਰ ਸਾਹਿਬ ਜੀ ਉਹ ਪਾਵਨ ਬਚਨ ਬਖਸ਼ ਰਹੇ ਨੇ। ਥੱਥਾ ਅਥਾ ਥਾ ਨਹੀਂ ਪਾਵਾ, ਕਹਿੰਦੇ ਮਨੁੱਖ ਦਾ ਮਨ ਹੈ ਨਾ ਜਿਹੜਾ, ਉਹ ਅਥਾਹ ਪਰਮਾਤਮਾ ਦੀ ਥਾਹ ਨਹੀਂ ਪਾ ਸਕਦਾ। ਉਹਦਾ ਅੰਤ ਬੇਅੰਤ ਦਾ ਅੰਤ ਨਹੀਂ ਪਾ ਸਕਦਾ ਹੈ। ਉਹ ਅਥਾਹ ਇਹ ਥਿਰ ਨਾ ਰਹਾਵਾ, ਕਿਉਂਕਿ ਇੱਕ ਪਾਸੇ ਤਾਂ ਮਾਲਕ ਜਿਹੜਾ ਉਹ ਅਥਾਹ ਹੈ, ਬੇਅੰਤ ਹੈ, ਤੇ ਦੂਜੇ ਪਾਸੇ ਮਨੁੱਖ ਦਾ ਮਨ ਕਦੇ ਟਿਕ ਕੇ ਨਹੀਂ ਰਹਿੰਦਾ। ਭਾਵ ਮਾਲਕ ਦੇ ਚਰਨਾਂ ਵਿੱਚ ਜੁੜਨ ਦਾ ਇਹ ਉਦਮ ਕਰਦਾ ਹੀ ਨਹੀਂ। ਇਹ ਥਿਰ ਨਾ ਰਹਾਵਾ, ਇਹ ਥਿਰ ਨਹੀਂ ਰਹਿੰਦਾ, ਇਹ ਟਿਕਦਾ ਨਹੀਂ ਹੈ। ਪਰ ਮਾਲਕ ਕੀ ਹੈ? ਥਿਰ ਹੈ, ਟਿਕਿਆ ਹੋਇਆ ਹੈ। ਥੋੜ੍ਹਾ ਥਲ ਥਾਨਕ ਆਰੰਭ ਹੈ, ਇਹ ਮਨ ਥੋੜ੍ਹੀ ਜਿਤਨੀ ਜਿਹੜੀ ਹੈ ਥਾਂ ਮਿਲ ਜਾਏ। ਥਲ ਤੋਂ ਭਾਵ ਕਿ ਥੋੜ੍ਹਾ ਜਿਹਾ, ਥੋੜ੍ਹੀ ਜਿਹੀ ਵੀ ਥਲ ਮਿਲ ਜਾਏ, ਜਗ੍ਹਾ ਮਿਲ ਜਾਏ ਇਹਨੂੰ, ਤੇ ਥਾਨਕ ਆਰੰਭ ਹੈ। ਕਹਿੰਦੇ ਉੱਥੇ ਕਈ ਕਈ ਵੱਡੇ ਵੱਡੇ ਉੱਚੇ ਉੱਚੇ ਥਾਨ, ਇਮਾਰਤਾਂ ਜਿਹੜੀਆਂ ਨਗਰ ਬਣਾਉਣੇ ਸ਼ੁਰੂ ਕਰ ਦਿੰਦਾ ਹੈ। ਭਾਵ ਕਿ ਥੋੜ੍ਹੀ ਜਿਹੀ ਮਿਲੀ ਹੋਈ ਉਮਰ ਵਿੱਚ ਕਈ ਪਸਾਰੇ ਇਹ ਪਸਾਰਦਾ ਹੈ। ਬਿਨ ਹੀ ਥੰਬ ਹੈ ਮੰਦਿਰ ਥੰਬੈ, ਬਿਨ ਹੀ ਥੰਬ ਹੈ ਭਾਵ ਥੰਮਾਂ ਤੋਂ ਬਿਨਾਂ ਆਖਣ ਲੱਗੇ ਤੇ ਇਸ ਦੇ ਇਹ ਸਾਰੇ ਪਸਾਰੇ ਪਸਾਰਨੇ ਵਿਅਰਥ ਹੀ ਕੰਮ ਹੈ। ਕਿਉਂਕਿ ਇਹ ਮਾਨੋ ਥੰਮਾਂ ਤੋਂ ਬਿਨਾਂ, ਕੰਧਾਂ ਤੋਂ ਬਿਨਾਂ ਹੀ ਘਰ ਉਸਾਰ ਰਿਹਾ ਹੈ, ਕਿਉਂਕਿ ਇਹ ਸਾਰੇ ਵਿਅਰਥ ਨੇ। ਦੱਦਾ ਦੇਖ ਜੋ ਬਿਨ ਸੰਹਾਰਾ, ਜਸ ਅਦੇਖ ਤਸ ਰਾਖ ਵਿਚਾਰਾ। ਦਸਵੇਂ ਦੁਆਰ ਕੁੰਚੀ ਜਬ ਦੀਜੈ, ਤਉ ਦਇਆਲ ਕੋ ਦਰਸ਼ਨ ਕੀਜੈ। ਆਖਣ ਲੱਗੇ ਦੱਦਾ ਦੇਖ ਜੋ ਬਿਨ ਸੰਹਾਰਾ, ਕਿ ਦੇਖ ਤੋਂ ਭਾਵ ਦਿਸਦਾ, ਨਜ਼ਰ ਆਉਣ ਵਾਲਾ। ਆਖਣ ਲੱਗੇ ਇਹ ਜੋ ਇਹ ਸੰਸਾਰ ਇਹਨਾਂ ਅੱਖਾਂ ਨਾਲ ਦਿਸ ਰਿਹਾ ਹੈ, ਇਹ ਕੀ ਹੈ? ਬਿਨ ਸੰਹਾਰਾ। ਇਹ ਸਾਰਾ ਹੀ ਬਿਨ ਸੰਹਾਰ ਹੈ, ਖਤਮ ਹੋਣ ਵਾਲਾ ਹੈ। ਅਤੇ ਜਸ ਅਦੇਖ ਤਸ ਰਾਖ ਵਿਚਾਰਾ, ਕਹਿੰਦੇ ਜਸ ਅਦੇਖ ਜਿਹੜਾ ਅਦੇਖ ਹੈ, ਜਿਹੜਾ ਇਹਨਾਂ ਅੱਖਾਂ ਨਾਲ ਨਹੀਂ ਦਿਸਦਾ। ਆਖਣ ਲੱਗੇ ਇਹ ਭਾਈ ਤੂੰ ਸਦਾ ਉਸ ਮਾਲਕ ਵਿੱਚ ਸੁਰਤ ਜੋੜ ਜਿਹੜਾ ਅਦੇਖ ਹੈ, ਬਾਹਰੀ ਅੱਖਾਂ ਨਾਲ ਨਜ਼ਰ ਨਹੀਂ ਆਉਂਦਾ, ਜੋ ਇਹਨਾਂ ਅੱਖਾਂ ਨਾਲ ਨਹੀਂ ਦਿਸਦਾ ਹੈ। ਆਖਣ ਲੱਗੇ ਤਸ ਰਾਖ ਵਿਚਾਰਾ, ਉਹਦੀ ਵਿਚਾਰ, ਉਹਦਾ ਧਿਆਨ, ਉਹਦੇ ਵਿੱਚ ਆਪਣੀ ਸੁਰਤ ਰੱਖਣੀ ਕਰ, ਜਿਹੜਾ ਇਹਨਾਂ ਅੱਖਾਂ ਨਾਲ ਦਿਸਦਾ ਨਹੀਂ, ਭਾਵ ਜਿਹੜਾ ਇਸ ਸੰਸਾਰ ਨਾਲੋਂ ਵੱਖਰਾ ਹੈ। ਦਸਵੇਂ ਦੁਆਰ ਕੁੰਚੀ ਜਬ ਦੀਜੈ, ਆਖਣ ਲੱਗੇ। ਹੁਣ ਇੱਥੇ ਆਪਾਂ ਪੁੱਛਦੇ ਜਾਈਏ ਦਸਵਾਂ ਦੁਆਰ ਕੀ ਹੈ ਜੀ। ਆਪਾਂ ਕਈ ਵਾਰ ਜਿਹੜੀ ਵਿਚਾਰ ਕਰ ਲਈ ਹੈ ਕਿ ਜਦੋਂ ਮਨੁੱਖ ਰੱਬ ਨਾਲ ਜੁੜ ਜਾਂਦਾ ਹੈ, ਕਿ ਕੋਈ ਦਸਵਾਂ ਮੋਰਾ ਵੀ ਹੋ ਜਾਂਦਾ ਸਰੀਰ ਦੇ ਵਿੱਚ। ਦਸਵਾਂ ਦੁਆਰ ਕੀ ਅਜਿਹਾ, ਕਿਉਂਕਿ 9 ਦਰਵਾਜ਼ੇ ਤਾਂ ਆਲਰੇਡੀ ਆਪਣੇ ਸਰੀਰ ਦੇ ਲੱਗੇ ਹੋਏ ਹੈ। ਦਸਵਾਂ ਦੁਆਰ ਹੈ, ਕੌਣ ਦੱਸੇਗਾ ਜੀ? ਸਰਦਾਰ ਕਿਰਪਾਲ ਸਿੰਘ ਜੀ ਬੈਠੇ ਹੈ। ਹਾਂਜੀ, ਸਰਦਾਰ ਕਿਰਪਾਲ ਸਿੰਘ ਜੀ ਸੀਮਤ ਜਿਹੇ ਸ਼ਬਦਾਂ 'ਚ ਬਸ 1-2 ਸ਼ਬਦਾਂ 'ਚ ਬਿਆਨ ਕਰ ਸਕਦੇ ਹਾਂ। ਸਰਦਾਰ ਅਮਰੀਕ ਸਿੰਘ ਜੀ ਬੈਠੇ ਹੈ,
ਸਰਦਾਰ ਮੁਕੰਦ ਸਿੰਘ ਜੀ ਬੈਠੇ ਹੈ। ਠੀਕ ਹੈ, ਬਿਲਕੁਲ। ਸਰਦਾਰ ਕਮਲਜੀਤ ਸਿੰਘ ਜੀ, ਹਾਂਜੀ। ਤੁਹਾਡੀ ਆਵਾਜ਼ ਨਹੀਂ ਆਈ। ਚਾਰ ਕੋਨੇ, ਅੱਛਾ ਜੀ। ਸਰਦਾਰ ਜਸਪਾਲ ਸਿੰਘ ਜੀ, ਤੁਸੀਂ ਵੀ ਉੱਤਰ ਜਿਹੜਾ ਦਿਓ ਕੋਈ। ਸਰਦਾਰ ਮੁਕੰਦ ਸਿੰਘ ਜੀ ਨੇ ਠੀਕ ਉੱਤਰ ਦਿੱਤਾ ਹੈ, ਪਰ ਤੁਸੀਂ ਵੀ ਹੁਣ ਕੋਈ ਹੋਰ ਉੱਤਰ ਦੇਣਾ ਚਾਹੋ ਦੇ ਸਕਦੇ ਹੋ। ਜੇ ਉਹਦੇ ਨਾਲ ਹੀ ਸਹਿਮਤ ਹੋ ਉਹਦੇ ਨਾਲ ਵੀ ਸਹਿਮਤ ਹੋ ਸਕਦੇ ਹੋ। ਹਾਂਜੀ, ਸਰਦਾਰ ਮਨਮੋਹਨ ਸਿੰਘ ਜੀ ਬੈਠੇ ਹੈ। ਹਾਂਜੀ, ਠੀਕ ਹੈ ਜੀ, ਇਹ ਵੀ ਠੀਕ ਹੈ। ਮੈਂ ਵੀ ਆਖਿਆ ਏਸੀ ਨਾਲ ਲੱਗ ਕੇ ਬੈਠੇ ਬਹੁਤੇ ਠੰਡੇ ਹੋ ਗਏ ਹੈ ਨਾ। ਸਰਦਾਰ ਚਮਕੌਰ ਸਿੰਘ ਜੀ, ਤੁਸੀਂ ਕੁਝ ਕਹਿਣਾ ਚਾਹੋ। ਠੀਕ ਹੈ ਜੀ। ਠੀਕ ਹੈ, ਬਿਲਕੁਲ ਠੀਕ ਹੈ। ਇਹਨਾਂ ਵੱਲੋਂ ਬਿਲਕੁਲ ਉੱਤਰ ਠੀਕ ਦਿੱਤਾ ਹੈ ਵੀ 9 ਦਰਵਾਜ਼ਿਆਂ ਦਾ ਧਿਆਨ ਇੱਕ ਥਾਂ ਤੇ ਕੇਂਦਰਿਤ ਕਰ ਲੈਣਾ, ਉਹ ਕੀ ਹੈ? 10ਵਾਂ ਦਰਵਾਜ਼ਾ। ਠੀਕ ਹੈ ਜੀ। ਇੱਧਰੋਂ ਭੈਣਾਂ ਬੈਠੀਆਂ, ਪਿੱਛੇ ਬੈਠੇ ਭੈਣ ਜੀ ਪਹਿਲੇ ਨੰਬਰ ਵਾਲੇ। ਹਾਂਜੀ, ਠੀਕ ਹੈ, ਉਹ ਵੀ ਉੱਤਰ ਠੀਕ ਹੈ। ਵਿਵੇਕ ਬੁੱਧੀ ਹੋ ਜਾਣਾ। ਇੱਧਰੋਂ ਭੈਣ ਜੀ ਅਗਲੇ ਪਾਸੇ ਬੈਠੇ ਪਹਿਲੇ ਨੰਬਰ ਤੇ। ਹਾਂਜੀ, ਇਹ ਸਾਰੇ ਉੱਤਰ ਹੀ ਜਿਹੜੇ ਆ ਰਹੇ ਠੀਕ ਆ ਰਹੇ। ਹਾਂਜੀ, ਨਹੀਂ ਬੰਦ ਥੋੜਾ ਕਰਨੇ ਜੀ, 9 ਦਰਵਾਜ਼ੇ ਬੰਦ ਨਹੀਂ ਕਰਨੇ। ਬੰਦ ਹੋ ਗਏ ਤੇ ਮੂੰਹ ਬੰਦ ਕਰ ਲਾਂਗੇ ਆਪਾਂ, ਅੱਖਾਂ ਬੰਦ ਕਰ ਸਕਦੇ ਹਾਂ। ਕਹਿਣ ਦਾ ਭਾਵ ਇਹਨਾਂ ਦੀ ਜੋ ਮਾਇਆ ਵਾਲੀ ਬਿਰਤੀ ਹੈ ਉਹਨੂੰ ਤਿਆਗ ਕੇ, ਠੀਕ ਹੈ, ਇੱਕ ਥਾਂ ਤੇ ਧਿਆਨ ਕੇਂਦਰਿਤ ਕਰਨਾ। ਹਾਂਜੀ, ਅੱਗੇ ਭੈਣ ਜੀ ਬੈਠੇ ਹੈ। ਪਿੱਛੇ ਭੈਣ ਜੀ ਬੈਠੇ ਹੈ। ਠੀਕ ਹੈ ਜੀ। ਵੀ ਹੋਰ ਕੋਈ ਇਹਨਾਂ ਤੋਂ ਇਲਾਵਾ ਉੱਤਰ ਦੇਣਾ ਚਾਹੁੰਦਾ ਹੋਵੇ? ਬਾਕੀ ਸਾਰੇ ਉੱਤਰ ਠੀਕ ਹੈ। ਠੀਕ ਹੈ, ਠੀਕ ਹੈ, ਇਹ ਵੀ ਠੀਕ ਹੈ ਜੀ ਜੀ। ਹੋਰ ਕੋਈ ਪਿੱਛੋਂ ਉੱਤਰ ਆਉਣਾ ਚਾਹੁੰਦਾ ਹੋਵੇ? ਹੋਰ ਕੋਈ ਇਹਦੇ ਵਿੱਚ ਪਿਛਲੇ ਪਾਸਿਓਂ ਕੋਈ ਉੱਤਰ ਦੇਣਾ ਚਾਹੁੰਦਾ ਹੋਵੇ? ਠੀਕ ਹੈ ਸਾਰੇ। ਕੋਈ ਦੇਣਾ ਚਾਹੁੰਦਾ ਹੋਵੇ? ਬਾਕੀ ਸਾਰਿਆਂ ਨੇ ਉੱਤਰ ਠੀਕ ਦਿੱਤਾ। 10ਵਾਂ ਦੁਆਰ ਆਪਾਂ ਕਈ ਵਾਰ ਕੀਤਾ ਸੀ, ਕਿਉਂਕਿ ਕਈ ਵਾਰ ਕੋਈ ਪੁੱਛ ਲਏ ਫਿਰ ਸਾਨੂੰ ਜੀ। ਨਹੀਂ, ਗਿਆਨ ਇੰਦਰੀਆਂ 9 ਨਹੀਂ ਹੈ ਜੀ। ਗਿਆਨ ਇੰਦਰੀ 9 ਨਹੀਂ ਹੈਗੇ, 5 ਕਰਮ ਇੰਦਰੀ ਹੈ, 5 ਗਿਆਨ ਇੰਦਰੀ ਸਾਡੇ। ਬਿਲਕੁਲ ਬਿਲਕੁਲ। ਸੁਰਤ ਮਾਲਕ ਦੇ ਵਿੱਚ ਸੁਰਤ ਜੋੜਨਾ ਹੀ 10ਵਾਂ ਦਰਵਾਜ਼ਾ। ਕਹਿਣ ਦਾ ਭਾਵ ਸਾਡਾ ਦਿਮਾਗ ਹੀ ਸਾਡਾ ਦਰਵਾਜ਼ਾ ਹੈ। ਇਹ ਉਦੋਂ ਖੁੱਲ੍ਹਦਾ ਹੈ ਜਦੋਂ ਇਹ ਦੁਨੀਆ ਦੇ ਗਿਆਨ ਦੇ ਨਾਲੋਂ, ਮਾਇਆ ਦੇ ਨਾਲੋਂ, ਵਿਕਾਰਾਂ ਦੇ ਨਾਲੋਂ ਟੁੱਟ ਕੇ ਸਤਿਗੁਰੂ ਦੀ ਬਾਣੀ ਦੇ ਵਿੱਚ, ਰੱਬ ਦੇ ਹੁਕਮ ਵਿੱਚ ਹੋ ਜਾਂਦਾ। ਇਹਨੂੰ ਹੀ 10ਵਾਂ ਦਰਵਾਜ਼ਾ ਕਹਿੰਦੇ ਆ। ਇਸੇ ਨੂੰ ਮੁਕਤੀ ਕਿਹਾ ਜਾਂਦਾ ਕਿ ਮੁਕਤ ਹੋ ਜਾਣਾ। ਕੋਈ ਵੱਖਰਾ ਨਹੀਂ ਹੈ ਕਿ ਮੋਰਾ ਹੋ ਜਾਂਦਾ ਕਿਸੇ ਪਾਸੇ ਕਿ ਉੱਥੇ ਜੀ ਹੁਣ ਦਰਵਾਜ਼ਾ ਖੁੱਲ੍ਹ ਗਿਆ, ਐਸਾ ਨਹੀਂ ਹੈ। ਕਹਿਣ ਦਾ ਭਾਵ ਕੀ ਹੈ? ਗਿਆਨ ਦਾ ਦਰਵਾਜ਼ਾ, ਸਾਡੀ ਬੁੱਧੀ ਦਾ ਦਰਵਾਜ਼ਾ ਜੋ ਸਤਿਗੁਰੂ ਨੇ ਬਖਸ਼ਿਸ਼ ਕੀਤੀ ਹੈ ਦਾਤ ਗਿਆਨ ਦੀ, ਉਹਦੇ ਨਾਲ ਖੁੱਲ੍ਹ ਜਾਣਾ। ਦੁਨੀਆ ਵਾਲੀ ਕਿਰਤ ਵਿਰਤ ਕਰਦਿਆਂ ਹੋਇਆਂ ਵਿਕਾਰਾਂ ਤੋਂ ਮੁਕਤ ਹੋ ਜਾਣਾ, ਮਾਇਆ ਤੋਂ ਮੁਕਤ ਹੋ ਜਾਣਾ, ਇਹ ਹੈ 10ਵਾਂ ਦਰਵਾਜ਼ਾ। ਕਹਿਣ ਦਾ ਭਾਵ ਸੰਸਾਰ 'ਚ ਰਹਿੰਦਿਆਂ ਹੋਇਆਂ ਮੁਕਤ ਹੋ ਜਾਣਾ, ਸੋਝੀ ਆ ਜਾਣੀ, ਸਮਝ ਆ ਜਾਣੀ ਸੰਸਾਰ ਦੀ, ਕਰਮ ਕਰਨ ਦੀ ਸੋਝੀ ਆ ਜਾਣੀ, ਸੰਸਾਰ 'ਚ ਵਿਚਰਨ ਦੀ, ਗੁਰੂ ਮਾਲਕ ਦੇ ਅਨੁਸਾਰੀ ਸੋਝੀ ਆ ਜਾਣੀ। ਇਹ 10ਵਾਂ ਦਰਵਾਜ਼ਾ ਹੈ। ਹੁਣ ਇੱਥੇ ਵੀ ਉਹ ਯੋਗ ਮਤ ਅੰਮ੍ਰਿਤ ਹੀ ਹੈ ਜੀ। ਕਹਿਣ ਦਾ ਭਾਵ ਯੋਗ ਮਤ ਹੈ। ਉਹ ਜਦੋਂ ਕਹਿੰਦੇ ਹੈ ਕਿ ਅਸੀਂ ਸਵਾਸ ਨਾੜੀਆਂ ਰਾਹੀਂ ਚੜਾ ਲੈਂਦੇ ਹਾਂ, ਫਿਰ ਉਹਨੂੰ ਟਿਕਾ ਲੈਂਦੇ ਹਾਂ ਅਤੇ ਫਿਰ ਜੀਭ ਦੇ ਉੱਤੇ ਅੰਮ੍ਰਿਤ ਡਿੱਗਦਾ ਹੈ। ਉਹ ਉਹਨਾਂ ਦਾ ਜਿਹੜਾ ਉਹਨਾਂ ਦੀ ਫਿਲਾਸਫੀ ਹੈ। ਠੀਕ ਹੈ ਜਾਂ ਐਸਾ ਹੈ ਨਹੀਂ ਸਾਨੂੰ ਪਤਾ, ਕਿਉਂਕਿ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਸਿੱਧ ਗੋਸ਼ਟ ਵੇਖਦੇ ਆ
73 ਪੌੜੀਆਂ ਨੇ, ਉਹਦੇ ਵਿੱਚ ਐਸਾ ਕੁਝ ਨਹੀਂ ਆਇਆ। ਕਹਿਣ ਦਾ ਭਾਵ ਇਹੋ ਹੀ ਗੱਲ ਆਈ ਹੈ ਉੱਥੇ ਕਿ ਉਹ ਜਦੋਂ ਸਾਰੇ ਸਵਾਲ ਕੀਤੇ ਤੇ ਗੁਰੂ ਸਾਹਿਬ ਜੀ ਨੇ ਉੱਤਰ ਦਿੱਤਾ। ਸਿੱਧ ਉਹੀ ਨੇ, ਇਹੀ ਨੇ ਚੜਾਉਣ ਵਾਲੇ। ਅਟਲ ਬਟਾਲੇ ਦੇ ਵਿੱਚ ਜਿਹੜੀਆਂ ਨੇ, ਅਚਲ ਬਟਾਲੇ ਦੇ ਵਿੱਚ ਹੋਈ ਹੈ, ਉਹਨਾਂ ਨਾਲ ਗੋਸ਼ਟੀ ਹੋਈ ਹੈ, ਜਾਂ ਹੋਰ ਕਿਤੇ ਵੀ। ਕਹਿਣ ਦਾ ਭਾਵ ਜਦੋਂ ਅਸੀਂ ਯੋਗ ਮਤ ਨੂੰ ਪੜ੍ਹਦੇ ਉਹਦੇ ਵਿੱਚ ਇਹ ਚੀਜ਼ ਦਾ ਫਲਸਫਾ ਦਿੱਤਾ ਜਾਂਦਾ ਹੈ ਕਿ ਨਾੜੀਆਂ ਰਾਹੀਂ ਸਵਾਸਾਂ ਨੂੰ ਰੋਕ ਕੇ ਅਤੇ ਪ੍ਰਾਣਾਯਾਮ ਕਰਕੇ ਉਹਦੇ ਰਾਹੀਂ ਫਿਰ ਕੀ ਹੈ, ਦਿਮਾਗ ਦੇ ਵਿੱਚ ਜਿਹੜੀ ਹੈ ਉਹ ਸੁਰਤ ਜੋੜ ਲੈਣੀ, ਅਤੇ ਫਿਰ ਉੱਤੋਂ ਦਿਮਾਗ ਦੇ ਵਿੱਚੋਂ ਜੀਭ ਦੇ ਉੱਤੇ ਅੰਮ੍ਰਿਤ ਡਿੱਗਦਾ। ਕਹਿੰਦੇ ਉਹ ਬੜਾ ਆਨੰਦਿਤ ਹੁੰਦਾ। ਇਹ ਫਿਲਾਸਫੀ ਉਹਨਾਂ ਦੀ ਹੈ, ਸਾਡੀ ਫਿਲਾਸਫੀ ਨਹੀਂ ਹੈ। ਕਹਿਣ ਦਾ ਭਾਵ ਸਾਡੇ ਵਾਸਤੇ ਅਨਹਦ ਨਾਦ ਉਹੀ ਹੈ, ਆਨੰਦ ਉਹੀ ਹੈ। ਜਦੋਂ ਅਸੀਂ ਮਾਲਕ ਦੇ ਭਾਣੇ ਵਿੱਚ ਹੋ ਜਾਂਦੇ ਹਾਂ, ਸਾਡਾ 10ਵਾਂ ਦਰਵਾਜ਼ਾ ਖੁੱਲ੍ਹ ਜਾਂਦਾ। ਫਿਰ ਸਾਨੂੰ ਉਹ ਜੀਭ 'ਤੇ ਡਿੱਗਣ ਵਾਲੀ ਦੀ ਜ਼ਰੂਰਤ ਨਹੀਂ ਰਹਿੰਦੀ। ਸਾਡਾ ਜੀਵਨ ਹੀ ਅੰਮ੍ਰਿਤ ਬਣ ਜਾਂਦਾ, ਸਾਡਾ ਜੀਵਨ ਹੀ ਅਨਹਤ ਨਾਦ ਬਣ ਜਾਂਦਾ ਹੈ, ਜਿਹੜਾ ਇੱਕ ਰਸ ਆਨੰਦ ਬਣਿਆ ਰਹਿੰਦਾ ਹੈ। ਇਹ ਯੋਗ ਮਤ ਦੇ ਵਿੱਚ ਹੈ ਜੀ। ਉਹ ਬਿਲਕੁਲ ਜੀ ਬਿਲਕੁਲ। ਹੁਣ ਜਦੋਂ ਕਿਸੇ ਵੀ ਚੀਜ਼ ਦਾ ਅਸੀਂ ਭਾਵ ਅਰਥ ਨਹੀਂ ਪੜ੍ਹਾਂਗੇ ਤੇ ਫਿਰ ਉਦੋਂ ਇਹ ਚੀਜ਼ਾਂ ਆਮ ਹੁੰਦੀਆਂ। ਹੁਣ ਕਹਿ ਦਈਏ ਕਿ ਕੁੱਜੇ ਦੇ ਵਿੱਚ ਸਮੁੰਦਰ ਬੰਦ ਕਰ ਦੇਣਾ, ਹੁਣ ਜੇ ਕਹਿ ਦਈਏ ਤਾਂ ਉਹਦਾ ਭਾਵ ਕੁਝ ਹੋਰ ਹੈ ਪਰ ਸ਼ਬਦ ਕੁਝ ਹੋਰ ਨੇ। ਇਸੇ ਤਰ੍ਹਾਂ ਗੁਰਬਾਣੀ ਦੇ ਵਿੱਚ ਵੀ ਆਪਾਂ ਕਈ ਵਾਰ ਦੇਖਿਆ ਬਹੁਤ ਸਾਰੀਆਂ ਗੱਲਾਂ ਅਜਿਹੀਆਂ ਨੇ, ਕਹਿਣ ਦਾ ਭਾਵ ਕੁਝ ਹੋਰ ਹੈ, ਦੱਸਿਆ ਦਿਖਾਇਆ ਕੁਝ ਹੋਰ ਹੈ, ਪਰ ਉਹਦਾ ਭਾਵ ਅਰਥ ਸਮਝਾਉਣ ਦਾ ਤਰੀਕਾ ਕੁਝ ਹੋਰ। ਹਾਂਜੀ, ਸਿੱਧ ਗੋਸ਼ਟ ਦੇ ਵਿੱਚ ਬਿਲਕੁਲ ਬਿਲਕੁਲ ਬਿਲਕੁਲ। ਹਾਂਜੀ ਬਿਲਕੁਲ, ਉਹੀ ਆਪਾਂ ਪਹਿਲਾਂ ਗੱਲ ਕੀਤੀ ਨਾ ਕਿ 73 ਪੌੜੀਆਂ ਦੇ ਵਿੱਚ ਹੀ ਆਉਂਦਾ ਹੈ। ਜਦੋਂ ਪੁੱਛਦੇ ਆ ਕਿ ਕੌਣ ਹੈ ਤੂੰ ਤੇ ਤੇਰਾ ਭਾਵ ਤੇਰਾ ਗੁਰੂ ਕੌਣ ਹੈ, ਕਿਹਦਾ ਤੂੰ ਚੇਲਾ ਹੈ, ਕਵਨ ਗੁਰੂ ਕਿਸਕਾ ਤੂੰ ਚੇਲਾ ਹੈ, ਉਹ ਫਿਰ ਅੱਗੇ ਉੱਤਰ ਦਿੰਦੇ ਗੁਰੂ ਨਾਨਕ ਸਾਹਿਬ। ਕਹਿੰਦੇ ਕਿ ਮੇਰਾ ਸ਼ਬਦ ਗੁਰੂ ਹੈ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਸ਼ਬਦ ਦੀ ਜਿਹੜੀ ਸੁਰਤ ਹੈ ਉਹਦਾ ਚੇਲਾ ਹਾਂ ਮੈਂ, ਭਾਵ ਕਿ ਮੇਰੀ ਸੁਰਤ ਉਹਦੀ ਚੇਲੀ ਹੈ ਸ਼ਬਦ ਦੀ। ਯਾਦ ਰੱਖਿਓ, ਉੱਥੇ ਕਿਸੇ ਸਰੀਰ ਨੂੰ ਗੁਰੂ ਨਹੀਂ ਆਖਿਆ ਗਿਆ, ਸਰੀਰ ਗੁਰੂ ਨਹੀਂ ਹੈ। ਸਰੀਰ ਗੁਰੂ ਨਾਨਕ ਸਾਹਿਬ ਜੀ ਦਾ ਵੀ ਬਿਨਸ ਗਿਆ, ਗੁਰੂ ਅੰਗਦ ਸਾਹਿਬ ਜੀ ਦਾ ਵੀ ਬਿਨਸ ਗਿਆ, ਪਰ ਜੋ ਸਿਧਾਂਤ ਹੈ, ਜੋ ਸ਼ਬਦ ਹੈ, ਜਿਹੜਾ ਅੱਗੇ ਅੱਗੇ ਹੋ ਕੇ ਅੱਜ ਸਾਡੇ ਕੋਲ ਮੌਜੂਦ ਹੈ, ਇਹ ਸ਼ਬਦ ਦਾ ਸਿਧਾਂਤ ਸਾਡਾ ਗੁਰੂ ਹੈ, ਜਿਹੜਾ ਸਿਧਾਂਤ ਹੈ। ਹੁਣ ਇਸੇ ਤਰ੍ਹਾਂ ਇੱਥੇ ਵੀ ਕਹਿ ਰਹੇ ਆ ਬਾਬਾ ਕਬੀਰ ਸਾਹਿਬ ਜੀ, 10ਵੇਂ ਦੁਆਰ ਕੁੰਚੀ ਜਬ ਦੀਜੈ। ਕੁੰਜੀ ਭਾਵ ਖੋਲ੍ਹਣ ਵਾਸਤੇ, ਜਿੰਦਾ ਖੋਲ੍ਹਣਾ ਹੁੰਦਾ ਨਾ, ਜਦੋਂ ਦਰਵਾਜ਼ਾ ਖੋਲ੍ਹਣਾ ਕੁੰਜੀ ਚਾਹੀਦੀ ਹੁੰਦੀ, ਇੱਕ ਬੰਦ ਹੋਵੇ, ਉਹਨੂੰ ਲੋਕ ਲੱਗਿਆ ਹੋਵੇ, ਤੇ ਉਹ ਉਹੀ ਹੈ। ਭਾਵ ਕਿ ਗੁਰੂ ਦਾ ਸ਼ਬਦ ਕੀ ਹੈ, ਕੁੰਜੀ ਹੈ। ਇਹਦੇ ਨਾਲ ਸਾਡਾ 10ਵਾਂ ਦਰਵਾਜ਼ਾ ਖੁੱਲ੍ਹਣਾ ਹੈ, ਇਹਦੇ ਨਾਲ ਸਾਡੀ ਬੁੱਧੀ ਦਾ ਦਰਵਾਜ਼ਾ ਜਿਹੜਾ ਖੁੱਲ੍ਹਣਾ ਹੈ। ਕਹਿੰਦੇ ਜਦੋਂ ਗੁਰਬਾਣੀ ਰੂਪ ਕੁੰਜੀ 10ਵੇਂ ਦੁਆਰ ਵਿੱਚ ਲਾਈਏ ਤਾਂ ਉਦੋਂ ਮਨ ਨੂੰ ਸਤਿਗੁਰੂ ਦੀ ਬਾਣੀ ਨਾਲ ਜੋੜੀਏ, ਭਾਵ ਉਦੋਂ ਹੀ ਸਾਡੀ ਮੱਤ ਦਾ ਅਸਲ ਦਰਵਾਜ਼ਾ ਖੁੱਲ੍ਹਦਾ ਹੈ। ਭਾਵ ਵਿਵੇਕ ਜਿਹੜਾ ਹੈ ਸਾਡੇ ਜੀਵਨ ਦੇ ਵਿੱਚ ਆਉਂਦਾ ਹੈ। ਤਉ ਦਇਆਲ ਕੋ ਦਰਸ਼ਨ ਕੀਜੈ, ਉਸ ਦਿਆਲ ਪ੍ਰਭੂ ਦਾ ਦੀਦਾਰ ਉਦੋਂ ਹੀ ਕੀਤਾ ਜਾ ਸਕਦਾ ਹੈ ਜਦੋਂ ਗੁਰਬਾਣੀ ਰੂਪ ਕੁੰਜੀ ਦੇ ਨਾਲ, ਗੁਰੂ ਦੇ ਸ਼ਬਦ ਨਾਲ ਅਸੀਂ ਇਸ ਆਪਣੀ ਬੁੱਧੀ ਦੇ ਦਿਮਾਗ ਦੇ ਦਰਵਾਜ਼ੇ ਨੂੰ ਖੋਲ੍ਹਦੇ ਹਾਂ। ਕਹਿਣ ਦਾ ਭਾਵ ਸ਼ਬਦ ਗੁਰੂ ਦੇ ਨਾਲ ਹੀ ਮਾਲਕ ਦਾ ਦਰਸ਼ਨ ਹੋ ਸਕਦਾ ਹੈ। ਤੱਦਾ ਅਰਧ ਹੈ ਉਰਧ ਨਬੇਰਾ, ਅਰਧ ਹੈ ਉਰਧ ਹੈ ਮੰਝ ਬਸੇਰਾ, ਅਰਧਾਂ ਛਾੜ ਉਰਧ ਜੋ ਆਵਾ, ਤੋ ਅਰਧ ਹੈ ਉਰਧ ਮਿਲਿਆ ਸੁਖ ਪਾਵਾ। ਆਖਣ ਲੱਗੇ ਧੱਦੇ ਅੱਖਰ ਰਾਹੀਂ ਬਾਬਾ ਕਬੀਰ ਸਾਹਿਬ ਜੀ ਰਹਿਮਤ ਕਰ ਰਹੇ, ਜਦੋਂ ਜੀਵਾਤਮਾ ਦਾ ਨਿਵਾਸ ਮਾਲਕ ਵਿੱਚ ਹੁੰਦਾ ਹੈ, ਆਖਣ ਲੱਗੇ ਮੰਝ ਬਸੇਰਾ, ਜਦੋਂ ਵਿੱਚ ਨਿਵਾਸ ਹੋ ਜਾਂਦਾ ਹੈ। ਅਰਧਹਿ ਉਰਧਹਿ ਮੰਝ ਬਸੇਰਾ, ਕਹਿੰਦੇ ਜਦੋਂ ਮਾਲਕ ਦਾ ਨਿਵਾਸ ਇਸ ਜੀਵਾਤਮਾ ਦੇ ਵਿੱਚ ਹੋ ਜਾਂਦਾ ਹੈ, ਜਦੋਂ ਜੀਵ
ਦੀ ਸੁਰਤ ਮਾਲਕ ਦੇ ਚਰਨਾਂ ਵਿੱਚ ਜੁੜਦੀ ਹੈ। ਆਖਣ ਲੱਗੇ ਤਾਂ ਪ੍ਰਭੂ ਨਾਲ ਇੱਕ ਹੋਇਆ ਹੀ ਜੀਵ ਦੇ ਜਨਮ ਮਰਨ ਦਾ ਅਰਥ ਹੈ ਉਰਧ ਭਾਵ ਨੀਵਾਂ ਤੇ ਉੱਚਾ, ਜੰਮਣਾ ਤੇ ਮਰਨਾ। ਆਖਣ ਲੱਗੇ ਇਹਦਾ ਖਾਤਮਾ ਹੋ ਜਾਂਦਾ ਹੈ, ਨਵੇਰਾ ਹੋ ਜਾਂਦਾ ਹੈ ਅਤੇ ਮਾਲਕ ਦੀ ਤੇ ਜੀਵ ਆਤਮਾ ਦੀ ਜਿਹੜੀ ਹੈ ਉਹ ਵਿੱਥ ਮਾਲਕ ਨਾਲੋਂ ਮੁੱਕ ਜਾਂਦੀ, ਜਿਹੜੀ ਸਾਡੀ ਦੂਰੀ ਬਣੀ ਹੋਈ ਹੈ ਨਾ ਉਹ ਖਤਮ ਹੋ ਜਾਂਦੀ ਹੈ। ਅਰਧ ਹੈ ਛਾੜ ਉਰਧ ਜੋ ਆਵਾ, ਕਹਿੰਦੇ ਜਦੋਂ ਨੀਵੀਂ ਅਵਸਥਾ ਨੂੰ ਛੱਡ ਕੇ ਭਾਵ ਮਾਇਆ ਦੇ ਮੋਹ ਨੂੰ ਤਿਆਗ ਕੇ ਛੱਡ ਕੇ ਉਰਧ ਜੋ ਆਵਾ, ਉਰਧ ਭਾਵ ਉੱਚੀ ਅਵਸਥਾ ਵਿੱਚ ਅਪੜਦਾ ਹੈ ਤਾਂ ਅਰਧ ਹੈ ਉਰਧ ਮਿਲਿਆ ਸੁਖ ਪਾਵਾਂ, ਤਾਂ ਉਦੋਂ ਜੀਵ ਨੂੰ ਪਰਮਾਤਮਾ ਜਿਹੜਾ ਮਿਲ ਪੈਂਦਾ ਹੈ, ਇਸ ਨੂੰ ਅਸਲ ਆਨੰਦ ਸੁਖ ਪ੍ਰਾਪਤ ਹੋ ਜਾਂਦਾ ਹੈ। ਨੰਨਾ ਨਿਸ ਦਿਨ ਨਿਰਖਤ ਜਾਈ, ਨਿਰਖਤ ਨੈਣ ਰਹੇ ਰਤਵਾਈ, ਨਿਰਖਤ ਨਿਰਖਤ ਜਬ ਜਾਏ ਪਾਵਾ, ਤਬ ਲੈ ਨਿਰਖੈ ਨਿਰਖ ਮਿਲਾਵਾ। ਨੰਨਾ ਨਿਸ ਦਿਨ ਨਿਰਖਤ ਜਾਈ, ਨਿਰਖਤ ਭਾਵ ਤੱਕਦਿਆਂ ਭਾਲਦਿਆਂ ਦੇਖਦਿਆਂ ਜਿਸ ਜੀਵ ਦਾ ਦਿਨ ਰਾਤ ਭਾਵ ਸਾਰਾ ਹੀ ਸਮਾਂ ਮਾਲਕ ਦੇ ਦੀਦਾਰ ਦੀ ਉਡੀਕ ਵਿੱਚ ਹੀ ਲੰਘਦਾ ਹੈ, ਮਾਲਕ ਦੇ ਦਰਸ਼ਨ ਕਰਨ ਦੇ ਜਿਹੜੇ ਹੈ ਉਹ ਸਮੇਂ ਦੇ ਵਿੱਚ ਹੀ ਉਡੀਕਦਿਆਂ ਭਾਲਦਿਆਂ ਤੱਕਦਿਆਂ ਲੰਘਦਾ ਹੈ। ਨਿਰਖਤ ਨੈਣ ਰਹੇ ਰਤਵਾਈ, ਆਖਣ ਲੱਗੇ ਤੱਕਦਿਆਂ ਉਡੀਕਦਿਆਂ ਭਾਵ ਦੀਦਾਰ ਦੀ ਲਗਨ ਵਿੱਚ ਇੱਛਾ ਵਿੱਚ ਉਸ ਦੇ ਨੇਤਰ ਮਾਲਕ ਦੇ ਦੀਦਾਰ ਲਈ ਜਿਹੜੇ ਉਹ ਰੱਤੇ ਹੋਏ ਮਤਵਾਲੇ ਹੋ ਜਾਂਦੇ ਕਿ ਹਮੇਸ਼ਾ ਇਹੀ ਚਾਹੁੰਦੇ ਕਿ ਮੈਨੂੰ ਹੁਣ ਉਹ ਦਿਸ ਪਏ। ਨਿਰਖਤ ਨਿਰਖਤ ਜਬ ਜਾਏ ਪਾਵਾ, ਕਹਿੰਦੇ ਦੀਦਾਰ ਦੀ ਤਾਂਘ ਕਰਦਿਆਂ ਕਰਦਿਆਂ ਜਦੋਂ ਆਖਰ ਨੂੰ ਫਿਰ ਦੀਦਾਰ ਪ੍ਰਾਪਤ ਹੋ ਜਾਂਦਾ ਹੈ, ਦਰਸ਼ਨ ਜਿਹੜਾ ਉਹ ਲੱਭ ਜਾਂਦਾ ਹੈ ਮਾਲਕ ਦਾ, ਤਬ ਲੈ ਨਿਰਖੈ ਨਿਰਖ ਮਿਲਾਵਾ, ਕਹਿੰਦੇ ਤਾਂ ਉਹ ਇਸ਼ਟ ਪ੍ਰਭੂ ਦਰਸ਼ਨ ਦੀ ਤਾਂਘ ਰੱਖਣ ਵਾਲੇ ਆਪਣੇ ਪ੍ਰੇਮੀ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ, ਇਸ ਨੂੰ ਆਪਣੇ ਨਾਲ ਜਿਹੜਾ ਹੈ ਉਹ ਜੋੜ ਲੈਂਦਾ ਹੈ। ਪੱਪਾ ਅਪਾਰ ਪਾਰ ਨਹੀਂ ਪਾਵਾ, ਪਰਮ ਜੋਤ ਸਿਉ ਪਰਚੋਂ ਲਾਵਾ, ਪਾਂਚੋਂ ਇੰਦਰੀ ਨਿਗ੍ਰਹਿ ਕਰਈ, ਪਾਪ ਪੁੰਨ ਦੋ ਨਿਰਵਰਈ। ਪਾਂਚੋਂ ਹੈ, ਇੱਥੇ ਬਿੰਦੀ ਲੱਗੀ ਹੈ, ਪਾਂਚੋਂ ਇੰਦਰੀ ਪਿੱਛੇ ਹੈ ਪਹਿਲੀ ਪੰਕਤੀ ਵਿੱਚ ਪੱਪਾ ਅਪਾਰ ਪਾਰ ਨਹੀਂ ਪਾਵਾਂ, ਇਹਨੂੰ ਅਪਰ ਨਹੀਂ ਪੜ੍ਹਨਾ, ਅਪਾਰ ਹੈ ਐੜਾ ਤੇ ਪਰ, ਪੱਪਾ ਰਾਰਾ ਵੱਖਰਾ, ਐੜਾ ਜਿਹੜਾ ਹੈ ਅਪਾਰ, ਪਾਰ ਨਹੀਂ ਪਾਵਾ, ਪਾਰ ਨਹੀਂ ਪਾਇਆ ਜਾ ਸਕਦਾ। ਆਖਣ ਲੱਗੇ ਪ੍ਰਮਾਤਮਾ ਸਭ ਤੋਂ ਵੱਡਾ ਹੈ ਜਿਹਦਾ ਕੋਈ ਅਪਾਰ ਪਾਰਾਵਾਰ ਨਹੀਂ ਹੈ ਅਤੇ ਪਾਰ ਨਹੀਂ ਪਾਵਾ, ਉਹਦਾ ਪਾਰ ਪਾਇਆ ਨਹੀਂ ਜਾ ਸਕਦਾ। ਪਾਰ ਪਾ ਲੈਣਾ ਭਾਵ ਅੰਤ ਪਾ ਲੈਣਾ ਕਿ ਉਹ ਵੱਡਾ ਹੈ, ਬੇਅੰਤ ਹੈ, ਉਹਦਾ ਪਾਰ ਨਹੀਂ ਪਾਇਆ ਜਾ ਸਕਦਾ। ਪਰਮ ਜੋਤ ਸਿਉ ਪਰਚੋ ਲਾਵਾਂ, ਆਖਣ ਲੱਗੇ ਜਿਸ ਜੀਵ ਨੇ ਚਾਨਣ ਦੇ ਜਿਹੜੇ ਉਹ ਪਰਮ ਜੋਤ ਦੇ ਸੋਮੇ ਪ੍ਰਭੂ ਨਾਲ ਪਿਆਰ ਜੋੜਿਆ ਹੈ, ਪਰਚੋ ਲਾਇਆ ਹੈ, ਸਾਂਝ ਪਾਈ ਹੈ, ਪ੍ਰੇਮ ਕੀਤਾ ਹੈ, ਪਾਂਚੋਂ ਇੰਦਰੀ ਨਿਗ੍ਰਹਿ ਕਰਈ, ਆਖਣ ਲੱਗੇ ਨਿਗ੍ਰਹਿ ਕਰਨਾ ਭਾਵ ਰੋਕਣਾ। ਆਖਣ ਲੱਗੇ ਉਹ ਜੀਵ ਜਿਹੜਾ ਹੈ ਆਪਣੇ ਪੰਜੇ ਹੀ ਗਿਆਨ ਇੰਦਰੀਆਂ ਨੂੰ ਇਉਂ ਵਸ ਕਰ ਲੈਂਦਾ ਹੈ, ਕਿਵੇਂ? ਪਾਪ ਪੁੰਨ ਦੋ ਨਿਰਵਰਈ, ਕਹਿੰਦੇ ਹੈ ਕਿ ਜੀਵ ਪਾਪ ਪੁੰਨ ਦੋਹਾਂ ਨੂੰ ਦੂਰ ਕਰ ਦਿੰਦਾ ਹੈ, ਭਾਵ ਗਿਆਨ ਇੰਦਰੀਆਂ ਨੂੰ ਪੂਰਨ ਤੌਰ ਤੇ ਆਪਣੇ ਫਿਰ ਕੀ ਹੈ ਕਾਬੂ 'ਚ ਕਰ ਲੈਂਦਾ ਹੈ ਕਿ ਇਹ ਜਿਹੜੇ ਹੈ ਪਾਪ ਪੁੰਨ ਦੇ ਵਿੱਚ ਫਸੇ ਨਾ ਰਹਿਣ, ਕਿ ਪਾਪ ਕਰਕੇ ਬਾਅਦ ਵਿੱਚ ਇਹ ਗਿਣਤੀ ਦੇ ਪੁੰਨ ਕਰਦੇ ਫਿਰਨ ਕਿ ਹੁਣ ਮੈਂ ਆਪਣੇ ਪਾਪ ਖਤਮ ਕਰ ਲਵਾਂ। ਕਹਿੰਦੇ ਪਾਪ ਪੁੰਨ ਕੀ ਹੈ ਖਤਮ ਹੀ ਹੋ ਜਾਂਦਾ ਹੈ, ਮੁੱਕ ਹੀ ਜਾਂਦਾ ਹੈ, ਕਿਉਂਕਿ ਪਾਪ ਪੁੰਨ ਉਹੀ ਮਨੁੱਖ ਜ਼ਿਆਦਾ ਧਿਆਨ ਦਿੰਦਾ ਹੈ ਜਿਹਨੂੰ ਪਤਾ ਹੋਏ ਕਿ ਮੈਂ ਗਲਤ ਕਾਰਜ ਕੀਤੇ ਹੈ,
ਤੇ ਜਿਹੜਾ ਮਾਲਕ ਦੇ ਭਾਣੇ ਵਿੱਚ ਹੋਵੇ ਉਹਨੂੰ ਕਦੇ ਨਹੀਂ ਡਰ ਹੁੰਦਾ। ਕਹਿੰਦੇ ਕਿ ਮੈਂ ਠੀਕ ਹੈ, ਮੈਨੂੰ ਅਜਿਹੇ ਜਿਹੜੇ ਹੈ ਬਾਹਰੀ ਖਿਆਲ ਰੱਖਣ ਦੀ ਜ਼ਰੂਰਤ ਨਹੀਂ। ਆਖਣ ਲੱਗੇ ਕਿ ਉਸ ਨੂੰ ਆਪਣੇ ਕੰਮਾਂ ਬਾਰੇ ਸੋਚਣ ਦੀ ਲੋੜ ਹੀ ਨਹੀਂ ਰਹਿੰਦੀ ਕਿ ਮੈਂ ਜਿਹੜਾ ਵੀ ਕੰਮ ਕਰਦਾ ਹੈ ਇਹ ਪਾਪ ਹੈ ਜਾਂ ਪੁੰਨ ਹੈ, ਕਿਉਂਕਿ ਉਹ ਉਸ ਦਾ ਹਰੇਕ ਕੰਮ ਜਿਹੜਾ ਵਿਕਾਰਾਂ ਤੋਂ ਬਾਹਰੀ ਹੁੰਦਾ ਹੈ। ਇਸ ਕਰਕੇ ਉਹ ਆਪਣੀਆਂ ਇੰਦਰੀਆਂ ਨੂੰ ਰੋਕ ਕੇ ਪਾਪ ਪੁੰਨ ਤੋਂ ਜਿਹੜਾ ਹੈ ਉਹ ਬਾਹਰ ਰਹਿੰਦਾ ਹੈ, ਭਾਵ ਦੋਹਾਂ ਨੂੰ ਦੂਰ ਕਰ ਦਿੰਦਾ ਹੈ। ਫੱਫਾ ਬਿਨ ਫੁੱਲਾਂ ਫਲ ਹੋਈ, ਤਾਂ ਫਲ ਫੰਕ ਲਖੈ ਜੋ ਕੋਈ। ਦੂਰ ਨ ਪਰਈ ਫੰਕ ਵਿਚਾਰੈ, ਤਾਂ ਫਲ ਫੰਕ ਸਬੈ ਤਨ ਫਾਰੈ। ਫੱਫਾ ਬਿਨ ਫੁੱਲਾਂ ਫਲ ਹੋਈ। ਆਖਣ ਲੱਗੇ ਕਿ ਜੇ ਜੀਵ ਆਪਣੇ ਉੱਤੇ ਮਾਨ ਕਰਨਾ ਛੱਡ ਦੇ ਤਾਂ ਇਸ ਨੂੰ ਇਹ ਨਾਮ ਰੂਪ ਪਦਾਰਥ ਫਲ ਮਿਲ ਜਾਂਦਾ ਹੈ, ਜਿਸ ਦੀ ਖਾਤਰ ਇਹਨੂੰ ਜਿਹੜਾ ਹੈ ਇਹ ਸਮਾਂ ਮਿਲਿਆ ਹੈ। ਭਾਵ ਬਿਨ ਫੁੱਲਾਂ, ਫੁੱਲਣ ਤੋਂ ਬਿਨਾਂ ਜੇ ਜੀਵ ਫੁੱਲਣਾ ਛੱਡ ਦੇ, ਇੱਥੇ ਫੁੱਲਣਾ ਫੁੱਲ ਨਹੀਂ ਹੈ। ਆਖਣ ਲੱਗੇ ਜੇ ਆਪਣਾ ਫੁੱਲਣਾ, ਭਾਵ ਕਹਿੰਦੇ ਕਿ ਬੜਾ ਫੁੱਲਿਆ ਫਿਰਦਾ, ਭਾਵ ਹੰਕਾਰੀ ਹੋਇਆ ਫਿਰਦਾ ਹੈ, ਕਿ ਜੇ ਹੰਕਾਰ ਕਰਨਾ ਛੱਡ ਦੇ, ਜੇ ਇਹ ਮਾਣ ਕਰਨਾ ਛੱਡ ਦੇ ਤਾਂ ਕੀ ਹੈ, ਫਲ ਹੋਈ, ਉਹਨੂੰ ਫਲ ਮਿਲਦਾ ਹੈ। ਕਿਹੜਾ? ਇਹ ਨਾਮ ਪਦਾਰਥ ਜਿਹੜਾ ਹੈ ਉਹ ਮਾਲਕ ਤੋਂ ਮਿਲਦਾ ਹੈ, ਕਿ ਜਿਹਦੇ ਨਾਲ ਇਹ ਮਨੁੱਖਾ ਜਨਮ ਇਹਨੂੰ ਮਿਲਿਆ ਹੋਇਆ ਹੈ। ਇਹ ਫਲ ਉਹਨੂੰ ਪ੍ਰਾਪਤ ਹੋ ਜਾਂਦਾ ਹੈ। ਜੇ ਹੰਕਾਰ ਕਰਨਾ ਹੀ ਛੱਡ ਦੇਵੇ ਤਾਂ ਫਲ ਫੰਕ ਲਖੈ ਜੋ ਕੋਈ। ਅੱਖ ਫੰਕ ਭਾਵ ਨਿੱਕੀ ਜੀ ਫਾੜੀ, ਥੋੜਾ ਜਿਹਾ ਹਿੱਸਾ। ਕਹਿਣ ਲੱਗੇ ਤਾਂ ਜੇ ਕੋਈ ਉਸ ਰੱਬੀ ਸੂਝ ਦਾ ਰਤਾ ਕੁ ਵੀ ਝਲਕਾਰਾ ਸਮਝ ਲਏ, ਉਸ ਫਲ ਦਾ, ਨਾਮ ਪਦਾਰਥ ਦਾ ਥੋੜਾ ਜਿਹਾ ਹਿੱਸਾ ਵੀ ਜਿਹੜਾ ਫੰਕ, ਨਿੱਕਾ ਜਿਹਾ ਹਿੱਸਾ ਵੀ ਜਿਹੜਾ ਉਹ ਸਮਝ ਲਏ, ਲਖ ਲਏ, ਦੂਰ ਨ ਪਰਈ ਫੰਕ ਵਿਚਾਰੈ। ਕਹਿੰਦੇ ਉਹ ਜੇ ਉਸ ਝਲਕਾਰੇ ਨੂੰ ਵਿਚਾਰੇ ਤਾਂ ਉਹ ਜਨਮ ਮਰਨ ਦੀ ਖੱਡ ਵਿੱਚ ਨਹੀਂ ਡਿੱਗਦਾ। ਕਹਿੰਦੇ ਫਿਰ ਉਹ ਦੂਣ ਤੋਂ ਭਾਵ ਦੋ ਪਹਾੜਾਂ ਦੇ ਵਿਚਕਾਰਲਾ ਜਿਹੜਾ ਇਲਾਕਾ ਹੁੰਦਾ ਉਹਨੂੰ ਦੂਣ ਕਿਹਾ ਜਾਂਦਾ, ਭਾਵ ਕਿ ਦੋਵੇਂ ਪਾਸੇ ਉੱਚੇ ਪਹਾੜ ਹੁੰਦੇ, ਜੇ ਵਿਚਾਲੇ ਡਿੱਗ ਪਏ। ਆਖਣ ਲੱਗੇ ਕਿ ਫਿਰ ਉਹਦਾ ਇਹਦੇ ਵਿੱਚ ਡਿੱਗਣਾ ਉਹ ਨਹੀਂ ਹੁੰਦਾ। ਉਹ ਇਸ ਦੁੱਖ ਦੇ ਸਮੇਂ ਦੇ ਵਿੱਚ, ਜਨਮ ਮਰਨ ਵਾਲੇ ਸਮੇਂ ਦੇ ਵਿੱਚ ਨਹੀਂ ਡਿੱਗਦਾ, ਭਾਵ ਉਹ ਜਨਮ ਮਰਨ ਦੇ ਜਿਹੜੇ ਹੈ ਉਹ ਖੱਡ ਦੇ ਵਿੱਚ, ਟੋਏ ਦੇ ਵਿੱਚ ਨਹੀਂ ਡਿੱਗਦਾ। ਤਾਂ ਫਲ ਫੰਕ ਸਬੈ ਤਨ ਫਾਰੈ। ਆਖਣ ਲੱਗਾ ਫਾਰੈ ਤੋਂ ਭਾਵ ਪਾੜ ਦੇਣਾ, ਖਤਮ ਕਰ ਦੇਣਾ। ਆਖਣ ਲੱਗੇ ਕਿਉਂਕਿ ਰੱਬੀ ਸੂਝ ਜਿਹੜੀ ਉਹਨੂੰ ਸਿਰਫ ਇੱਕ ਫੰਕ ਜਿੰਨੀ ਪ੍ਰਾਪਤ ਹੋਈ ਹੈ, ਬਹੁਤ ਥੋੜੀ ਜਿਹੀ ਪ੍ਰਾਪਤ ਹੋਈ ਹੈ। ਆਖਣ ਲੱਗੇ ਉਹਦਾ ਨਿੱਕਾ ਜਿਹਾ ਝਲਕਾਰਾ ਵੀ ਉਸ ਦੇ ਆਪਣੀ ਜਿਹੜਾ ਹੈ ਤਨ ਦੇ ਉੱਤੇ ਮਾਨ ਕਰਦਾ ਹੈ, ਫੁੱਲਦਾ ਹੈ, ਹੰਕਾਰ ਕਰਦਾ ਹੈ, ਉਸ ਨੂੰ ਪੂਰਨ ਤੌਰ ਤੇ ਪਾੜ ਦਿੰਦਾ ਹੈ, ਖਤਮ ਕਰ ਦਿੰਦਾ ਹੈ, ਮੁਕਾ ਦਿੰਦਾ ਹੈ। ਭਾਵ ਕਿ ਜਿਵੇਂ ਪਾਤਸ਼ਾਹ ਜੀ ਰਹਿਮਤ ਕਰਦੇ ਆ ਨਾ ਕਿ ਇੱਕ ਖਿਣ ਵੀ ਜੇ ਇਸ ਜੀਵਨ ਦੇ ਵਿੱਚ ਮਾਲਕ ਦੇ ਨਾਮ ਦੀ ਆ ਜਾਏ ਤਾਂ ਜੀਵਨ ਦੇ ਵਿੱਚ ਜਿਹੜੀ ਹੈ ਉਹ ਜੀਵਨ ਦੀ ਸੋਝੀ ਹੁੰਦਿਆਂ ਦੇਰ ਨਹੀਂ ਲੱਗਦੀ। ਭਾਵ ਮਨੁੱਖ ਆਪਣੇ ਆਪ ਨੂੰ ਪਛਾਣਨ ਵਿੱਚ ਦੇਰ ਨਹੀਂ ਲਾਉਂਦਾ। ਇਸੇ ਕਰਕੇ ਕਹਿੰਦੇ ਜੇ ਫਲ ਫੰਕ ਥੋੜਾ ਜਿਹਾ ਰੱਬ ਦੇ ਨਾਮ ਦਾ, ਨਾਮ ਪਦਾਰਥ ਦਾ ਫਲ ਮਿਲ ਜਾਏ ਨਾ ਇਹਨੂੰ, ਤੇ ਇਹਦੇ ਨਾਲ ਇਹ ਕੀ ਹੈ, ਸਬੈ ਤਨ ਫਾੜੇ, ਸਾਰੇ ਸਰੀਰ ਦਾ ਜਿਹੜਾ ਇਹ ਅਹੰਕਾਰ ਹੈ ਨਾ ਉਹਨੂੰ ਪਾੜ ਦਿੰਦਾ ਹੈ, ਖਤਮ ਕਰ ਦਿੰਦਾ ਹੈ। ਬੱਬਾ ਬਿੰਦ ਹੈ ਬਿੰਦ ਮਿਲਾਵਾ, ਬਿੰਦ ਹੈ ਬਿੰਦ ਨ ਵਿਛੁਰਨ ਪਾਵਾ। ਬੰਦੋ ਹੋਏ ਬੰਦਗੀ ਗਹਿ, ਬੰਦਕ ਹੋਏ ਬੰਦ ਸੁਧ ਲਹੈ। ਆਖਣ ਲੱਗੇ ਬੱਬਾ ਬਿੰਦ ਹੈ ਬਿੰਦ ਮਿਲਾਵਾ।
ਆਖਣ ਲੱਗੇ ਬਿੰਦਹ ਭਾਵ ਪਾਣੀ ਦੀ ਬੂੰਦ ਵਿੱਚ, ਕਿ ਜਿਵੇਂ ਪਾਣੀ ਦੀ ਬੂੰਦ ਵਿੱਚ ਪਾਣੀ ਦੀ ਬੂੰਦ ਮਿਲ ਜਾਂਦੀ ਹੈ, ਮਿਲਾਪ ਹੋ ਜਾਂਦਾ ਦੋਵਾਂ ਦਾ, ਇੱਕ ਪਾਣੀ ਦੀ ਬੂੰਦ ਦਾ ਦੂਜੀ ਪਾਣੀ ਦੀ ਬੂੰਦ ਨਾਲ, ਕਹਿੰਦੇ ਵੱਖ ਨਹੀਂ ਹੋ ਸਕਦੀ। ਫਿਰ ਬਿੰਦਹਿ ਬਿੰਦ ਨਾ ਵਿਛੜਨ ਪਾਵਾ, ਕਹਿਣ ਲੱਗੇ ਇਵੇਂ ਹੀ ਇਹ ਵੱਖਰੇ ਨਹੀਂ ਹੋ ਸਕਦੇ, ਦੋ ਪਾਣੀ ਦੀਆਂ ਬੂੰਦਾਂ ਆਪਸ ਵਿੱਚ ਮਿਲ ਜਾਣ। ਇਸੇ ਤਰ੍ਹਾਂ ਕਹਿੰਦੇ ਐ ਇਵੇਂ ਹੀ ਮਾਲਕ ਦੇ ਨਾਲ ਨਿਮਖ ਮਾਤਰ ਵੀ ਸਾਂਝ ਪੈ ਜਾਏ, ਥੋੜ੍ਹੀ ਜਿਹੀ ਸਾਂਝ ਵੀ ਪੈ ਜਾਏ ਤਾਂ ਜੀਵ ਪ੍ਰਭੂ ਤੋਂ ਵਿਛੜ ਨਹੀਂ ਸਕਦਾ, ਭਾਵ ਕਿ ਉਹਦੇ ਵਿੱਚ ਓਨਾ ਹੀ ਲੀਨ ਹੋ ਜਾਂਦਾ ਹੈ। ਬੰਦੋ ਹੋਏ ਬੰਦਗੀ ਗਹਿ, ਹੁਣ ਬੰਦੋ ਭਾਵ ਬੰਦਾ, ਬੰਦੇ ਦਾ ਅਰਥ ਅਸਲ ਦੇ ਵਿੱਚ ਹੁੰਦਾ ਹੈ ਗੁਲਾਮ, ਸੇਵਕ। ਆਖਣ ਲੱਗੇ ਕਿਉਂਕਿ ਜੋ ਮਨੁੱਖ ਪ੍ਰਭੂ ਦਾ ਬੰਦਾ ਬਣ ਜਾਂਦਾ ਹੈ, ਸੇਵਕ ਬਣਦਾ ਹੈ, ਤੇ ਪ੍ਰੇਮ ਨਾਲ ਮਾਲਕ ਦੀ ਬੰਦਗੀ ਕਹਿੰਦਾ ਹੈ, ਕਰਦਾ ਹੈ, ਤੇ ਕੀ ਹੈ ਬੰਦਕ ਹੋਏ ਬੰਦ ਸੁਧ ਲਹਿ, ਕਹਿੰਦੇ ਬੰਦਕ ਭਾਵ ਉਸਤਤ ਕਰਨ ਵਾਲਾ, ਸਿਫਤ ਸਲਾਹ ਕਰਨ ਵਾਲਾ। ਆਖਣ ਲੱਗੇ ਉਹ ਪ੍ਰਭੂ ਦੇ ਦਰ ਦਾ ਢਾਡੀ ਬਣ ਕੇ, ਮਾਲਕ ਦੀ ਸਿਫਤ ਸਲਾਹ ਕਰਨ ਵਾਲਾ ਬਣ ਕੇ, ਮਾਇਆ ਦੇ ਮੋਹ ਦੀ ਜਿਹੜੇ ਜੰਜੀਰਾਂ ਦਾ ਭੇਤ ਪਾ ਲੈਂਦਾ, ਇਹਦੀ ਜਿਹੜਾ ਇਹਨੂੰ ਬੰਧਨ ਪਏ ਹੋਏ ਹੈ, ਇਹਨੂੰ ਸੁੱਧ ਆ ਜਾਂਦੀ ਹੈ, ਤੇ ਫਿਰ ਇਹਨਾਂ ਦੇ ਧੋਖੇ ਵਿੱਚ ਇਹ ਨਹੀਂ ਆਉਂਦਾ ਹੈ। ਪੱਬਾ ਭੇਦ ਹੈ ਭੇਦ ਮਿਲਾਵਾ, ਅਬ ਭਉ ਭਾਨ ਭਰੋਸੋ ਆਵਾ, ਜੋ ਬਾਹਰ ਸੋ ਭੀਤਰ ਜਾਣਿਆ, ਭਇਆ ਭੇਦ ਭੂਪਤ ਪਹਿਚਾਨਿਆ। ਪੱਬਾ ਭੇਦਹਿ ਭੇਦ ਮਿਲਾਵਾ, ਆਖਣ ਲੱਗੇ ਜੋ ਮਨੁੱਖ ਪ੍ਰਭੂ ਨਾਲ ਪਈ ਵਿੱਥ ਨੂੰ, ਭੇਦ ਨੂੰ ਮੁਕਾ ਕੇ ਆਪਣੇ ਮਨ ਨੂੰ ਮਾਲਕ ਦੀ ਯਾਦ ਵਿੱਚ ਜੋੜਦਾ ਹੈ, ਮਿਲਾਉਂਦਾ ਹੈ। ਜਿਹੜਾ ਭੇਦ ਪਿਆ ਹੋਇਆ ਨਾ, ਭੇਦ ਨੂੰ ਕੀ ਹੈ ਖਤਮ ਕਰਕੇ ਮਾਲਕ ਵਿੱਚ ਅਭੇਦ ਹੁੰਦਾ ਹੈ। ਆਖਣ ਲੱਗੇ ਅਬ ਭਉ ਭਾਨ ਭਰੋਸੋ ਆਵਾ, ਕਹਿੰਦੇ ਭਾਨ ਭਾਵ ਦੂਰ ਕਰਕੇ, ਭੰਨ ਕੇ, ਕਿ ਉਸ ਯਾਦ ਦੀ ਬਰਕਤ ਨਾਲ ਸੰਸਾਰਕ ਡਰ ਦੂਰ ਕੀਤਿਆਂ, ਭਉ ਭਾਨ ਸੰਸਾਰਕ ਡਰ ਨੂੰ ਭੰਨ ਕੇ ਖਤਮ ਕਰਕੇ, ਭਰੋਸੋ ਆਵਾ, ਕਹਿਣ ਲੱਗੇ ਉਸ ਨੂੰ ਮਾਲਕ ਤੇ ਸ਼ਰਧਾ ਬਣ ਜਾਂਦੀ ਹੈ, ਭਰੋਸਾ ਆ ਜਾਂਦਾ ਹੈ। ਜੋ ਬਾਹਰ ਸੋ ਭੀਤਰ ਜਾਣਿਆ, ਕਹਿੰਦੇ ਜੋ ਪ੍ਰਮਾਤਮਾ ਸਾਰੇ ਜਗਤ ਵਿੱਚ ਬਾਹਰ ਵਿਆਪਕ ਹੈ ਨਾ, ਉਸ ਨੂੰ ਆਪਣੇ ਅੰਦਰ ਵਸਦਾ ਜਾਣ ਲੈਂਦਾ ਹੈ। ਭੀਤਰ ਭਾਵ ਅੰਦਰ। ਭਇਆ ਭੇਦ ਭੂਪਤ ਪਹਿਚਾਨਿਆ, ਕਹਿੰਦੇ ਭਇਆ ਭੇਦ ਆਖਣ ਲੱਗੇ ਤੇ ਜਿਉਂ-ਜਿਉਂ ਫਿਰ ਇਸ ਭੇਦ ਨੂੰ, ਰਾਜ ਨੂੰ, ਉਹ ਉਸ ਨੂੰ ਖੁੱਲ੍ਹਦਾ ਹੈ, ਜਾਣਦਾ ਹੈ ਕਿ ਅੰਦਰ ਬਾਹਰ ਹਰ ਥਾਂ ਮਾਲਕ ਹੀ ਹੈ, ਕਹਿੰਦਾ ਉਹ ਫਿਰ ਭੂਪਤ ਪਹਿਚਾਨਿਆ, ਕਹਿੰਦਾ ਸ੍ਰਿਸ਼ਟੀ ਦੇ ਮਾਲਕ ਪ੍ਰਭੂ ਨੂੰ ਫਿਰ ਇਹ ਪਹਿਚਾਣ ਲੈਂਦਾ ਹੈ, ਉਹਦੇ ਨਾਲ ਸਾਂਝ ਪਾ ਲੈਂਦਾ ਹੈ। ਭੂਪਤ ਦਾ ਅਰਥ ਕੀ ਹੁੰਦਾ ਜੀ? ਹਾਂਜੀ, ਰਾਜਾ ਹੁੰਦਾ ਹੈ। ਭਾਵ ਇੱਥੇ ਕੀ ਹੈ? ਸ੍ਰਿਸ਼ਟੀ ਦਾ ਮਾਲਕ, ਭਾਵ ਮਾਲਕ ਸ੍ਰਿਸ਼ਟੀ ਦਾ ਰਾਜਾ ਹੈ। ਜੋ ਮੰਮਾ ਮੂਲ ਗਹਿਆ ਮਨ ਮਾਨੈ, ਮਰਮੀ ਹੋਏ ਸੋ ਮਨ ਕਉ ਜਾਣੈ, ਮਤ ਕੋਇ ਮਨ ਮਿਲਤਾ ਬਿਲਮਾਵੈ, ਮਗਨ ਭਇਆ ਤੇ ਸੋ ਸਚ ਪਾਵੈ। ਹੁਣ ਮੰਮੇ ਅੱਖਰ ਦੀ ਰਹਿਮਤ ਕਰ ਰਹੇ ਨੇ। ਮੰਮਾ ਮੂਲ ਗਹਿਆ ਮਨ ਮਾਨੈ, ਆਖਣ ਲੱਗੇ ਜੇ ਜਗਤ ਦੇ ਮੂਲ ਪ੍ਰਭੂ ਨੂੰ ਮਨ ਵਿੱਚ ਵਸਾ ਲਈਏ, ਮਨ ਨੂੰ ਜਿਹੜਾ ਹੈ ਉਹਦੇ ਵਿੱਚ ਮੰਨ ਲਈਏ, ਤਾਂ ਕੀ ਹੈ ਭਟਕਣਾ ਜਿਹੜੀ ਹੈ ਉਹ ਹਟ ਜਾਂਦੀ, ਖਤਮ ਹੋ ਜਾਂਦੀ। ਮਾਨੈ ਤੋਂ ਭਾਵ ਫਿਰ ਮੰਨਣ ਦੇ ਨਾਲ ਕੀ ਹੈ, ਜਿਹੜਾ ਭਰਮ ਹੈ, ਜਿਹੜੀ ਦੌੜ ਭੱਜ ਹੈ, ਉਹ ਖਤਮ ਹੋ ਜਾਂਦੀ ਹੈ। ਮਰਮੀ ਹੋਏ ਸੋ ਮਨ ਕੋ ਜਾਨੋ, ਮਰਮ ਹੋਣਾ ਭਾਵ, ਹਾਂਜੀ ਕਿੱਧਰੋਂ ਆ ਰਹੀ ਆਵਾਜ਼?
ਮਰਮ ਭਾਵ ਭੇਦ ਸਮਝ ਲੈਣਾ। ਆਖਣ ਲੱਗੇ ਮਰਮੀ, ਵਾਕਫੀਅਤ ਹੋਣੀ, ਭੇਤੀ ਹੋਣਾ। ਆਖਣ ਲੱਗੇ ਕਿ ਜੋ ਜੀਵੇ ਭੇਤ ਪਾ ਲੈਂਦਾ ਹੈ, ਮਰਮੀ ਹੋਏ ਕਿ ਪ੍ਰਭੂ ਚਰਨਾਂ ਵਿੱਚ ਜੁੜਿਆ ਮਨ ਟਿਕ ਜਾਂਦਾ, ਜਿਹਨੂੰ ਇਹ ਪਤਾ ਲੱਗ ਜਾਂਦਾ ਹੈ। ਜਿਹੜਾ ਇਸ ਦਾ ਮਰਮੀ ਹੁੰਦਾ ਹੈ, ਜਿਹੜਾ ਇਸ ਭੇਤ ਨੂੰ ਜਾਣ ਲੈਂਦਾ ਹੈ, ਆਖਣ ਲੱਗੇ ਮਨ ਕੋ ਜਾਣੈ, ਉਹ ਜੀਵ ਮਨ ਦੀ ਦੌੜ ਭੱਜ ਨੂੰ ਫਿਰ ਸਮਝ ਲੈਂਦਾ, ਉਹ ਟਿਕਾ ਲੈਂਦਾ ਕਿ ਹੁਣ ਇਹਨੂੰ ਟਿਕਾਣੇ ਕਿਵੇਂ ਲਿਆਉਣਾ। ਜਿਹੜਾ ਮਰਮੀ ਹੁੰਦਾ, ਮਰਮੀ ਭਾਵ ਜਿਹੜਾ ਸਮਝ ਲੈ ਲੈਂਦਾ, ਜਿਹੜਾ ਭੇਤ ਪਾ ਲੈਂਦਾ ਹੈ। ਮਤ ਕੋਈ ਮਨ ਮਿਲਤਾ ਬਿਲਮਾਵੈ, ਕਹਿੰਦੇ ਸੋ ਜੇ ਮਨ ਪ੍ਰਭੂ ਚਰਨਾਂ ਵਿੱਚ ਜੁੜਨ ਲੱਗੇ ਤਾਂ ਮਤਾਂ ਕੋਈ ਇਸ ਕੰਮ ਵਿੱਚ ਢਿੱਲ ਕਰੇ, ਮਗਨ ਭਇਆ ਤੇ ਸੋ ਸੱਚ ਪਾਵੈ। ਕਹਿੰਦੇ ਕਿਉਂਕਿ ਮਾਲਕ ਦੇ ਚਰਨਾਂ ਵਿੱਚ ਜੁੜਨ ਦੀ ਬਰਕਤ ਨਾਲ ਮਨ ਪ੍ਰਭੂ ਵਿੱਚ ਲੀਨ ਹੋ ਜਾਂਦਾ ਹੈ ਅਤੇ ਸਦਾ ਸਥਿਰ ਰਹਿਣ ਵਾਲੀ ਪ੍ਰਭੂ ਨੂੰ ਪ੍ਰਾਪਤ ਕਰ ਲੈਂਦਾ ਹੈ। ਬਿਲਮਾਵੈ ਕਹਿੰਦੇ ਮਤ ਮਨ ਮਿਲਤਾ ਬਿਲਮਾਵੈ, ਕਹਿੰਦੇ ਇਹਦੇ ਵਿੱਚ ਜਦੋਂ ਮਨ ਜੁੜਦਾ ਹੈ ਨਾ, ਫਿਰ ਢਿੱਲ ਨਹੀਂ ਕਰਨੀ ਇਹਦੇ ਵਿੱਚ, ਇਹਨੂੰ ਜੋੜ ਲੈਣਾ। ਮਤ ਮਿਲਤਾ ਬਿਲਮਾਵੈ, ਕਹਿੰਦੇ ਜਦੋਂ ਮਿਲਣ ਲੱਗਦਾ ਹੈ ਨਾ ਮਨ ਜਿਹੜਾ ਹੈ, ਉਦੋਂ ਢਿੱਲ ਨਹੀਂ ਕਰਨੀ, ਉਦੋਂ ਇਹਨੂੰ ਜੁੜ ਭਾਵ ਜੋੜ ਲੈਣਾ ਹੈ ਤੇ ਫਿਰ ਹੀ ਮਾਲਕ ਦੀ ਪ੍ਰਾਪਤੀ ਹੁੰਦੀ। ਸੋ ਸੱਚ ਪਾਵੈ। ਮਮਾ ਮਨ ਸਿਉ ਕਾਜ ਹੈ, ਮਨ ਸਾਧੇ ਸਿੱਧ ਹੋਏ। ਮਨ ਹੀ ਮਨ ਸਿਉ ਕਹੈ ਕਬੀਰਾ, ਮਨਸਾ ਮਿਲਿਆ ਨ ਕੋਏ। ਹੁਣ ਫਿਰ ਅੱਗੇ ਬਾਬਾ ਕਬੀਰ ਸਾਹਿਬ ਜੀ ਰਹਿਮਤ ਕਰ ਰਹੇ ਹੈ, ਆਖ ਰਹੇ ਨੇ ਹਰੇਕ ਜੀਵ ਦਾ ਜਗਤ ਵਿੱਚ ਆਉਣ ਦਾ ਅਸਲ ਕੰਮ ਮਨ ਨਾਲ ਹੀ ਹੈ। ਉਹਦਾ ਜੀਵਨ ਮਨ ਦੇ ਨਾਲ ਹੀ ਚੱਲਦਾ ਹੈ, ਮਨ ਕਰਕੇ ਹੀ ਉਹਦਾ ਜੀਵਨ ਜਿਹੜਾ ਹੈ ਸਾਰਾ ਚੱਲਦਾ ਹੈ। ਇਸ ਕਰਕੇ ਉਹ ਕੰਮ ਇਹ ਹੈ ਕਿ ਜੀਵ ਆਪਣੇ ਮਨ ਨੂੰ ਕਾਬੂ ਵਿੱਚ ਰੱਖੇ, ਬਸ ਇਹ ਕਾਰਜ ਹੈ। ਕਹਿੰਦੇ ਮਨ ਸਿਉ ਕਾਜ ਹੈ, ਮਨ ਨਾਲ ਹੀ ਕੰਮ ਹੈ, ਮਨ ਨੂੰ ਹੀ ਟਿਕਾ ਕੇ ਰੱਖਣਾ, ਇਹਨੂੰ ਰੋਕ ਕੇ ਰੱਖਣਾ, ਬਸ ਇਹੀ ਕੰਮ ਹੈ। ਮਨ ਸਾਧੇ ਸਿੱਧ ਹੋਏ, ਕਹਿੰਦੇ ਮਨ ਨੂੰ ਵਸ ਵਿੱਚ ਕੀਤਿਆਂ ਹੀ ਜੀਵ ਨੂੰ ਅਸਲ ਮਨੋਰਥ ਦੀ ਫਿਰ ਕੀ ਹੈ, ਸਿੱਧੀ ਸਫਲਤਾ ਪ੍ਰਾਪਤ, ਕਾਮਯਾਬੀ ਜਿਹੜੀ ਹੈ ਪ੍ਰਾਪਤ ਹੁੰਦੀ ਹੈ। ਮਨ ਹੀ ਮਨ ਸਿਉ ਕਹੈ ਕਬੀਰਾ, ਮਨਸਾ ਮਿਲਿਆ ਨਾ ਕੋਈ। ਆਖਣ ਲੱਗੇ ਕਬੀਰ ਆਖਦਾ ਹੈ ਕਿ ਜੀਵ ਦਾ ਅਸਲ ਕੰਮ ਨਿਰੋਲ ਮਨ ਨਾਲ ਹੀ ਹੈ। ਮਨ ਵਰਗਾ ਜੀਵ ਨੂੰ ਹੋਰ ਕੋਈ ਨਹੀਂ ਮਿਲਿਆ ਜਿਸ ਨਾਲ ਜਿਸ ਨਾਲ ਇਸ ਦਾ ਅਸਲ ਵਾਹ ਪੈਂਦਾ ਹੋਵੇ। ਕਹਿੰਦੇ ਬਾਕੀ ਸਾਰੇ ਕਾਬੂ ਆ ਜਾਂਦੇ ਹੈ, ਜਾਂ ਕਹਿੰਦੇ ਭਾਵ ਕਿ ਉਹਨਾਂ ਨਾਲ ਇੰਨਾ ਵਾਹ ਨਹੀਂ ਪੈਂਦਾ ਜਿੰਨਾ ਮਨ ਨਾਲ ਪੈਂਦਾ ਹੈ। ਜਿਸ ਦਿਨ ਸਵਾਸ ਚੱਲਣੇ ਸ਼ੁਰੂ ਹੋ ਜਾਂਦੇ ਹੈ, ਉਸ ਦਿਨ ਹੀ ਮਨ ਦਾ ਕੰਮ ਸ਼ੁਰੂ ਹੋ ਜਾਂਦਾ ਹੈ। ਜਿੰਨਾ ਸਮਾਂ ਤੱਕ ਸਵਾਸ ਨਹੀਂ ਮੁੱਕਦੇ, ਉਹਨਾਂ ਚਿਰ ਮਨ ਦੇ ਨਾਲ ਫਿਰ ਕੀ ਹੈ, ਮਨੁੱਖ ਲੱਗਿਆ ਹੀ ਰਹਿੰਦਾ ਹੈ। ਤੇ ਜੇ ਇਹਨੂੰ ਕਾਬੂ ਵਿੱਚ ਕਰ ਲਏ, ਮਨ ਜਿਹੜਾ ਹੈ ਮਨ ਸਾਧੇ ਸਿੱਧ ਹੋਏ, ਕਹਿੰਦੇ ਫਿਰ ਮਨ ਨੂੰ ਸਾਧਨ ਦੇ ਨਾਲ ਜਿਹੜਾ ਸਾਧ ਲੈਂਦਾ ਹੈ, ਉਹਨੂੰ ਸਫਲਤਾ ਸਿੱਧੀ ਪ੍ਰਾਪਤ ਹੋ ਜਾਂਦੀ ਹੈ। ਏ ਮਨ ਸ਼ਕਤੀ ਏ ਮਨ ਸੀਓ, ਏ ਮਨ ਪੰਚ ਤਤ ਕੋ ਜੀਓ। ਏ ਮਨ ਲੈ ਜੋ ਉਨ ਮਨ ਰਹੈ, ਤੋ ਤੀਨ ਲੋਕ ਕੀ ਬਾਤੈਂ ਕਹੈ। ਆਖਣ ਲੱਗੇ ਇਹ ਮਨ ਸ਼ਕਤੀ ਇਹ ਮਨ ਸੀਓ। ਸ਼ਕਤੀ ਭਾਵ ਮਾਇਆ। ਆਖਣ ਲੱਗੇ ਮਾਇਆ ਨਾਲ ਮਿਲ ਕੇ ਇਹ ਮਨ ਮਾਇਆ ਦਾ ਰੂਪ ਹੋ ਜਾਂਦਾ ਹੈ। ਇਹ ਮਨ ਸ਼ਕਤੀ ਮਾਇਆ ਦਾ ਰੂਪ ਹੋ ਜਾਂਦਾ ਹੈ। ਇਹ ਮਨ ਸੀਓ ਕਹਿੰਦੇ ਤੇ ਮਾਲਕ ਨਾਲ ਮਿਲ ਕੇ ਇਹ ਮਾਲਕ ਦਾ ਰੂਪ ਬਣ ਜਾਂਦਾ ਹੈ। ਇਹ ਤੇ ਬਿਲਕੁਲ ਇੰਝ ਹੀ ਹੈ ਕਿ ਜਿਹੋ ਜਿਹਦੇ ਨਾਲ ਇਹ ਮਿਲਦਾ ਹੈ ਉਹਦਾ ਹੀ ਰੂਪ ਹੋ ਜਾਂਦਾ। ਸੀਓ ਤੋਂ ਭਾਵ ਮਾਲਕ ਪਰਮਾਤਮਾ। ਇਹ ਮਨ ਪੰਚ ਤੱਤ ਕੋ ਜੀਓ, ਕਹਿੰਦੇ ਸਰੀਰ ਨਾਲ ਜੁੜ ਕੇ ਇਹ ਮਨ ਸਰੀਰ ਰੂਪ ਹੀ ਹੋ ਜਾਂਦਾ ਹੈ। ਪੰਚ ਤੱਤ ਕੋ ਪੰਜਾਂ ਤੱਤਾਂ ਦਾ ਜੀਵ ਬਣਦਾ, ਕਹਿੰਦੇ ਉਹਦੇ ਨਾਲ ਮਿਲ ਕੇ ਫਿਰ ਉਹਦੇ ਵਰਗਾ ਹੀ ਹੋ ਜਾਂਦਾ ਹੈ।
ਅਤੇ ਭਾਵ ਆਪਣੇ ਆਪ ਨੂੰ ਸਰੀਰ ਨਾਲੋਂ ਵੱਖਰਾ ਨਹੀਂ ਸਮਝਦਾ, ਆਪਣੇ ਕਰਤੱਵ ਖਾਣਾ ਪੀਣਾ ਹੀ ਸਮਝਦਾ, ਭਾਵ ਕਿ ਸਾਰਾ ਕੁਝ ਇਹ ਆਪਣਾ ਹੀ ਸਮਝਦਾ ਹੈ। ਇਹ ਸਰੀਰ ਰੂਪ ਵੀ ਹੋ ਜਾਂਦਾ ਹੈ। ਇਹ ਮਨ ਲੈ ਤਾਂ ਉਨਮਨ ਰਹਿ ਕਹਿੰਦੇ, ਪਰ ਜਦੋਂ ਮਨੁੱਖ ਇਸ ਮਨ ਨੂੰ ਜਿਹੜਾ ਹੈ ਵਸ ਵਿੱਚ ਕਰ ਲੈਂਦਾ ਹੈ, ਲੈ ਲੈਂਦਾ ਹੈ, ਤਾਂ ਕੀ ਹੈ, ਉਨਮਨ ਰਹਿ। ਉਨਮਨ ਭਾਵ ਖਿੜਾਓ ਵਿੱਚ, ਤਾਂ ਇਹ ਪੂਰਨ ਖਿੜਾਓ ਦੇ ਵਿੱਚ ਰਹਿੰਦਾ ਹੈ। ਭਾਵ ਜਦੋਂ ਇਹਨੂੰ ਵਸ 'ਚ ਕਰ ਲੈਂਦਾ ਹੈ ਨਾ ਮਨੁੱਖ, ਫਿਰ ਇਹ ਬੜੇ ਆਨੰਦ ਨਾਲ ਜੀਵਨ ਜਿਉਂਦਾ ਹੈ। ਤੋ ਤੀਨ ਲੋਕ ਕੀ ਬਾਤੈਂ ਕਹਿ ਕਹਿੰਦੇ, ਉਦੋਂ ਫਿਰ ਇਹ ਸਾਰੇ ਜਗਤ ਵਿੱਚ ਪ੍ਰਭੂ ਦੀਆਂ ਹੀ ਗੱਲਾਂ ਕਰਦਾ ਹੈ। ਤੀਨ ਲੋਕ ਭਾਵ ਸਭ ਥਾਵਾਂ ਦੀਆਂ ਇਹ ਫਿਰ ਗੱਲਾਂ ਕਰਦਾ ਹੈ, ਮਾਲਕ ਨੂੰ ਹਾਜ਼ਰ ਨਾਜ਼ਰ ਫਿਰ ਸਭ ਥਾਵਾਂ 'ਤੇ ਜਾਣਦਾ ਹੈ। ਯਈਆ ਜੋ ਜਾਣੈ ਤੋ ਦੁਰਮਤ ਹਨ, ਕਰ ਬਸ ਕਾਇਆ ਗਾਓ। ਰਣ ਰੂਤੋ ਭਾਜੈ ਨਹੀਂ, ਸੂਰੋ ਥਾਰੋ ਨਾਉ। ਹੁਣ ਯਈਏ ਅੱਖਰ ਦੇ ਰਾਹੀਂ ਬਾਬਾ ਕਬੀਰ ਸਾਹਿਬ ਜੀ ਆਖ ਰਹੇ ਨੇ, ਯਈਆ ਜੋ ਜਾਣੈ ਤੋ ਦੁਰਮਤ ਹਨ, ਕਰ ਬਸ ਕਾਇਆ ਗਾਉ। ਆਖਣ ਲੱਗੇ ਕਿ ਇਹ ਭਾਈ, ਜੇ ਤੂੰ ਜੀਵਨ ਦਾ ਸਹੀ ਰਸਤਾ ਜਾਣਨਾ ਚਾਹੁੰਦਾ, ਜੋ ਜਾਣੈ, ਜੇ ਤੂੰ ਜਾਣਨਾ ਚਾਹੁੰਦਾ ਤਾਂ ਕੀ ਹੈ, ਤੋ ਦੁਰਮਤ ਹਨ ਕਰ, ਤਾਂ ਆਪਣੀ ਭੈੜੀ ਮੱਤ ਨੂੰ ਮੁਕਾ ਦੇ। ਹਨ ਕਰ ਦੇਣਾ ਭਾਵ ਨਾਸ਼ ਕਰ ਦੇਣਾ, ਖਤਮ ਕਰ ਦੇਣਾ ਇਸ ਆਪਣੀ ਮਾੜੀ ਮੱਤ ਨੂੰ, ਖੋਟੀ ਬੁੱਧੀ ਨੂੰ ਮੁਕਾ। ਕਰ ਬਸ ਕਾਇਆ ਗਾਉ, ਇਸ ਸਰੀਰ ਰੂਪ ਪਿੰਡ ਨੂੰ ਆਪਣੇ ਵਸ ਵਿੱਚ ਲਿਆ। ਭਾਵ ਇਹ ਜਿਹੜਾ ਸਰੀਰ ਰੂਪ ਪਿੰਡ ਹੈ, ਜਿਹਦੇ ਵਿੱਚ ਅੱਖਾਂ ਕੰਨ ਆਦਿਕ ਸਾਰੇ ਗਿਆਨ ਇੰਦਰੀ ਜਿਹੜੇ ਇਹ ਰਹਿੰਦੇ ਨੇ, ਇਹ ਸਾਰੇ ਪੁੱਠੇ ਪਾਸੇ ਲੱਗੇ ਹੋਏ ਨੇ। ਇਸ ਕਹਿੰਦੇ ਸਾਰੇ ਪਿੰਡ ਨੂੰ, ਗਾਉਂ ਨੂੰ, ਸਰੀਰ ਰੂਪ ਪਿੰਡ ਨੂੰ ਜਿਹੜਾ ਹੈ ਆਪਣੇ ਵਸ ਵਿੱਚ ਕਰਨਾ ਕਰ। ਰਣ ਰੂਤੋ ਭਾਜੈ ਨਹੀਂ, ਸੂਰੋ ਥਾਰੋ ਨਾਉ। ਆਖਣ ਲੱਗੇ ਇਸ ਸਰੀਰ ਨੂੰ ਵਸ ਵਿੱਚ ਲਿਆਉਣਾ ਮਾਨੋ ਇੱਕ ਜਿਹੜਾ ਉਹ ਯੁੱਧ ਦੇ ਵਾਂਗ ਹੈ, ਇੱਕ ਰਣ ਦੇ ਵਾਂਗ ਹੈ। ਜੇ ਤੂੰ ਇਸ ਯੁੱਧ ਵਿੱਚ ਜੂਝ ਕੇ ਭਾਂਜ ਨਾ ਖਾਏ, ਭਾਵ ਕਿ ਜੇ ਇਹਦੇ ਯੁੱਧ ਵਿੱਚ ਰੁੱਝ ਜਾਏ, ਲੱਗ ਜਾਏ, ਭਾਵ ਭੱਜੇ ਨਾ, ਭਾਜੈ ਨਹੀਂ ਭਾਵ ਭੱਜੇ ਨਾ, ਭਾਂਜ ਨਾ ਖਾਏ, ਹਾਰ ਨਾ ਖਾਏ, ਤਾਂ ਤੇਰਾ ਹੀ ਨਾਮ ਜਿਹੜਾ ਹੈ ਉਹ ਸੂਰਾ ਹੋ ਸਕਦਾ ਹੈ। ਤੇਰਾ ਹੀ ਨਾਮ ਸੂਰਮਾ ਉਹ ਹੋ ਸਕਦਾ ਹੈ ਕਿ ਜੇ ਤੂੰ ਇਹਨਾਂ ਵਿਕਾਰਾਂ ਦੇ ਨਾਲ, ਜੇ ਇਹਨਾਂ ਦੇ ਨਾਲ ਤੂੰ ਜੰਗ ਕਰੇ ਤਾਂ ਇਹ ਕੀ ਹੈ, ਜੇ ਤੂੰ ਭਾਂਜ ਨਾ ਖਾਏ, ਭਾਂਜ ਖਾ ਲੈਣੀ ਭਾਵ ਹਾਰ ਜਾਣਾ, ਕਿ ਜੇ ਤੂੰ ਭਾਂਜ ਨਹੀਂ ਖਾਂਦਾ, ਹਾਰਦਾ ਨਹੀਂ, ਦੌੜਦਾ ਨਹੀਂ, ਤਾਂ ਤੇਰਾ ਹੈ ਸੂਰੋ ਤਾਰੋ ਨਾਉ, ਸੂਰਮਾ ਤੇਰਾ ਹੀ ਨਾਮ ਹੋ ਸਕਦਾ ਹੈ। ਜਿਵੇਂ ਬਾਦਸ਼ਾਹ ਜੀ ਰਹਿਮਤ ਕਰਦੇ ਨੇ ਨਾ, ਜਾ ਕੋ ਹਰ ਰੰਗ ਲਾਗੂ ਇਸ ਯੁੱਗ ਮੈਂ, ਸੋ ਕਹੀਅਤ ਹੈ ਸੂਰਾ। ਕਹਿੰਦੀ ਜਿਹਨੂੰ ਤੇਰੇ ਨਾਮ ਦਾ ਰੰਗ ਲੱਗ ਗਿਆ। ਅਸਲ ਸੂਰਮਾ ਤੇ ਉਹੀ ਹੈ ਜਿਹੜਾ ਵਿਕਾਰਾਂ ਨੂੰ ਪਿੱਛੇ ਕਰਕੇ ਤੇਰੇ ਰੰਗ ਵਾਲਾ ਹੋ ਗਿਆ, ਤੇਰੇ ਨਾਮ ਦਾ ਰੰਗ ਚੜ ਗਿਆ। ਅਸਲ ਸੂਰਮਾ ਤੇ ਉਹੀ ਹੈ। ਇਸ ਕਰਕੇ ਇੱਥੇ ਵੀ ਇਹੀ ਗੱਲ ਕਹਦੇ ਹੈ ਕਿ ਜਿਹੜੇ ਵਿਕਾਰਾਂ ਨੂੰ ਹਰਾ ਦਿੰਦੇ ਹੈ, ਜਿਹੜੇ ਇਸ ਸਰੀਰ ਨੂੰ ਮਨ ਨੂੰ ਵਸ ਵਿੱਚ ਕਰ ਲੈਂਦੇ ਹੈ, ਉਹਨਾਂ ਦਾ ਨਾਮ ਹੀ ਸੂਰਮਾ ਹੈ। 34 ਪੌੜੀਆਂ ਦੀ ਵਿਚਾਰ ਇੱਥੋਂ ਤੱਕ ਸੰਪੂਰਨ ਹੋਈ ਹੈ। ਅਗਲੀਆਂ ਵਿਚਾਰਾਂ ਆਪਾਂ ਅਗਲੇ ਦੀਵਾਨਾਂ ਵਿੱਚ ਸਾਂਝੀਆਂ ਕਰਾਂਗੇ ਜੀ। ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।